ਹੁਣ ਦੱਸੋ ਕੌਣ ਹੋ ਤੁਸੀਂ? ਅੱਧੀ ਮੈਂ ਰਹੀਮ ਦੀ ਬੇਵਾ। ਰਹੀਮ ਦੁਬਈ ਵਾਲਾ ਤੁਹਾਡਾ ਭਤੀਜਾ ਜਿਸ ਦਾ ਇੰਤਕਾਲ ਹੋ ਗਿਆ ਹੈ। ਹਾਏ ਰੱਬਾ, ਤੇਰਾ ਵੀ ਕੀ ਨਿਜ਼ਾਮ ਹੈ। ਦਿਮਾਗ ਬੁਢਾਪੇ 'ਚ ਕੰਮ ਨਹੀਂ ਕਰਦਾ। ਬੇਟਾ ਮੈਨੂੰ ਮਾਫ ਕਰਨਾ, ਮੇਰੀ ਯਾਦਾਸ਼ਤ ਹੁਣ ਚੰਗੀ ਨਹੀਂ ਰਹੀ, ਇਸ ਲਈ ਤੇ ਪੁੱਛ ਰਹੀ ਹਾਂ ਰਹੀਮ ਨੂੰ ਕਿੱਦਾਂ ਭੁੱਲ ਸਕਦੀ ਹਾਂ। ਮੇਰਾ ਭਰਾ ਜਾਵੇਦ, ਉਹਦੀ ਫੌਤਗੀ ਹੋ ਗਈ ਸੀ। ਉਹਦਾ ਤੀਸਰਾ ਪੁੱਤਰ ਹੈਦਰਾਬਾਦ ਗਿਆ ਸੀ ਪੜ੍ਹਨ ਲਈ। ਚੰਗਾ ਬੱਚਾ ਸੀ, ਸਾਰੇ ਖਾਨਦਾਨ ਦਾ ਸਭ ਤੋਂ ਹੁਸ਼ਿਆਰ ਬੱਚਾ ਸੀ, ਬਹੁਤ ਚਾਹਣ ਵਾਲਾ ਬੱਚਾ ਸੀ। ਅੱਲਾ ਮਗਫਿਰਤ ਫਰਮਾਏ। ਆਹੋ ਇਹ ਤੇ ਹੈ ਅੰਮੀ, ਚਾਹਨ ਵਾਲਾ ਤੇ ਸੀ। ਤੁਸੀਂ ਕਿੰਜਦੇ ਹੋ? ਹੁਣ ਵੀ ਸ਼ਹਿਰ ਵਿੱਚ ਰਹਿੰਦੀ ਹੋ? ਜੀ ਅੱਦੀ, ਬੱਚਿਆਂ ਦੇ ਸਕੂਲ ਤੇ ਲਈ ਉਹ ਤੇ ਬਿਹਤਰ ਹੈ। ਮੈਂ ਵੀ ਕੁਝ ਸਿਲਾਈ ਦਾ ਕੰਮ ਘਰ ਤੋਂ ਕਰ ਲੈਂਦੀ ਹਾਂ। ਮਾਸ਼ਾ ਅੱਲਾ, ਅੱਲਾ ਤੁਹਾਡੀ ਤਕਲੀਫ ਆਸਾਨ ਕਰੇ। ਇੱਥੇ ਕਿੱਦਾਂ ਲਈ ਆਏ ਹੋ? ਅਬਦੁਲ ਭਾਈ ਕੋਲੋਂ ਹਿੱਸੇ ਦੇ ਪੈਸੇ ਲੈਣ ਆਈ ਹਾਂ। ਰਹੀਮ ਪਹਿਲੇ ਮੇਰੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੰਦੇ ਸੀ ਹਰ ਮਹੀਨੇ, ਲੇਕਿਨ ਹੁਣ ਕੁਝ ਮਹੀਨਿਆਂ ਤੋਂ ਮੈਂ ਖੁਦ ਹੀ ਆ ਰਹੀ ਹਾਂ। ਅੱਛਾ, ਉਹ ਕਿੰਨਾ ਦਿੰਦੇ ਨੇ ਤੈਨੂੰ? ਅੱਦੀ, ਮੈਨੂੰ ਹਿੱਸੇ ਦਾ ਤੇ ਨਹੀਂ ਪਤਾ, ਲੇਕਿਨ ਅੱਧਾ ਨੇ ਹਿਸਾਬ ਸਹੀ ਕੀਤਾ ਹੋਏਗਾ। ਕਿਉਂ ਨਹੀਂ ਪਤਾ? ਪਤਾ ਹੋਣਾ ਚਾਹੀਦਾ। ਇਹ ਬਹੁਤ ਚੰਗੀ ਗੱਲ ਹੈ ਕਿ ਤੂੰ ਅਬਦੁਲ ਨੂੰ ਭਰੋਸਾ ਕਰਦੀ ਹੈ, ਲੇਕਿਨ ਆਪਣੇ ਹਿੱਸੇ ਦੇ ਬਾਰੇ ਵਿੱਚ ਮਾਲੂਮ ਹੋਣਾ ਜ਼ਰੂਰੀ ਹੈ। ਓਏ ਸ਼ਾਕਿਰ, ਅਬਦੁਲ ਕਿੱਥੇ ਏ? ਦਾਦੀ ਮਾਫ ਕਰਿਓ, ਉਹ ਬਚੜਾ ਖੁੱਲ ਗਿਆ ਸੀ ਤੇ ਅਸੀਂ ਉਹਨੂੰ ਬੰਦ ਰਹੇ ਸੀ। ਤੁਸੀਂ ਮਗਰ ਬਾਹਰ ਕਿਉਂ ਜਾਏ? ਹੈਂ, ਬਾਹਰ ਕਦੋਂ ਆਈ? ਸੁਬਾਹ ਉੱਠੀ, ਮੈਂ ਵੇਖਿਆ ਵਿਚਾਰਾ ਮੇਰੀ ਚਰਪਾਈ ਤੇ ਖਲੋਤਾ ਸੀ। ਮੈਨੂੰ ਕਿਹਾ ਦਾਦੀ ਆਪਣੇ ਪੈਰਾਂ ਤੇ ਟੁਰ ਕੇ ਬਾਹਰ ਆ ਜਾ। ਮੈਂ ਆ ਗਈ। ਹੈਂ ਜੀ ਦਾਦੀ? ਓ ਚੱਲ, ਇਹ ਬੱਚੀ ਇੰਨੀ ਦੇਰ ਤੋਂ ਇੱਥੇ ਬੈਠੀ ਹੈ, ਨਾਸ਼ਤਾ ਲਗਵਾਓ ਜਲਦੀ। ਅਬਦੁਲ ਕਿੱਥੇ ਏ? ਮੈਂ ਹੁਣੀ ਪਤਾ ਕਰਦਾ ਹਾਂ। ਰਹੀਮ ਹੱਕ ਉਹਦੀ ਮਗਫਿਰਤ ਫਰਮਾਏ। ਤੁਹਾਡੇ ਸ਼ੌਹਰ ਨੂੰ ਇਹ ਮਾਲੂਮਾਤ ਉਹਨਾਂ ਨੂੰ ਦੱਸ ਦੇਣੀ ਚਾਹੀਦੇ ਸਨ, ਲੇਕਿਨ ਇਸ ਤੇ ਜਾਣ ਤੋਂ ਬਾਅਦ ਹੁਣ ਇਹ ਜ਼ਿੰਮੇਦਾਰੀ ਤੁਹਾਡੀ ਏ। ਦਾਦੀ, ਹੁਣ ਕਿਹੜੀ ਜ਼ਿੰਮੇਦਾਰੀ? ਪੁੱਤਰ, ਤੈਨੂੰ ਆਪਣੇ ਹਿੱਸੇ ਦੀ ਸਾਰੀ ਮਾਲੂਮਾਤ ਹੋਣੀ ਚਾਹੀਦੀ ਹੈ। ਕਿੰਨੀ ਜ਼ਮੀਨ ਹੈ, ਕਿੰਨੇ ਮਵੇਸ਼ੀ ਨੇ, ਇਹ ਸਭ ਪਤਾ ਹੋਣਾ ਚਾਹੀਦਾ। ਔਰਤ ਨੂੰ ਵੈਸੇ ਵੀ ਪੂਰਾ ਨਹੀਂ ਹੋਣ ਦਿੰਦੇ, ਮਰਦ ਨਾ ਰਵੇ ਤੇ ਅੱਧੀ ਵੀ ਨਹੀਂ ਛੱਡਦੇ। अस्सलाम वालेकुम दादी, ਕਿੱਦਾਂ ਦੀ ਤਬੀਅਤ ਹੈ ਅੱਜ ਤੁਹਾਡੀ? ਹਿਸਾਬ ਦਿੰਦੇ ਹੋ ਰਹੀਮ ਦੀ ਬੇਵਾ ਨੂੰ? ਦਾਦੀ, ਨਾ ਉਹਨਾਂ ਨੇ ਮੰਗਿਆ ਤੇ ਨਾ ਮੈਂ ਦਿੱਤਾ। ਕਿਤਾਬ ਵਿਖਾਓ ਇਸ ਨੂੰ। ਜੀ ਅਦੀ। ਸ਼ਾਕਰ, ਜਲਦੀ ਨਾਲ ਮੇਰਾ ਬੇਟਾ ਟੇਬਲ ਤੋਂ ਨਾ ਰਜਿਸਟਰ ਲੈ ਕੇ ਆ। ਜੀ ਅਦੀ, ਇਸ ਕਿਤਾਬ ਵਿੱਚ ਤੁਹਾਡਾ ਸਾਰਾ ਹਿਸਾਬ ਹੈ। ਤੁਹਾਡੇ ਕਿੰਨੇ ਮਵੇਸ਼ੀ ਨੇ, ਕਿੰਨੀ ਜ਼ਮੀਨਾਂ ਨੇ, ਸਭ ਲਿਖਿਆ ਹੈ। ਅਦੀ, ਸਾਡੀ ਜ਼ਮੀਨਾਂ ਤੇ ਪੂਰੇ ਸਾਲ ਗੰਨਾ, ਗੇਹੂੰ ਤੇ ਬਾਕੀ ਕੁਝ ਮੌਸਮੀ ਫਲਾਂ ਦੀ ਨਾ ਫਸਲ ਲੱਗਦੀ ਹੈ। ਜ਼ਮੀਨਾਂ ਵਾਲੇ ਅਦੀ ਉਹਨਾਂ ਦੀ ਇੱਕ ਭੈਣ ਤੇ 3 ਭਾਈਆਂ ਦੇ ਨਾਂ ਹੈ। ਅਦੀ ਜੱਤੂ, ਦਾਦੀ ਉਨੇਜ਼ਾ, ਉਹਨਾਂ ਦੀ ਭੈਣ ਜਾਵੇਦ, ਦਾਦਾ ਤੁਹਾਡਾ ਸਸੁਰ, ਤੇ ਉਹਨਾਂ ਦੇ ਭਾਈ ਦਾਦਾ ਅਕਬਰ ਤੇ ਦਾਦਾ ਮੋਹਸਿਨ। ਕੁੱਲ ਮਿਲਾ ਕੇ ਇਹਨਾਂ ਸਭ ਦੇ 15 ਬੱਚੇ ਨੇ, ਜਿਨ੍ਹਾਂ ਵਿੱਚ ਫਸਲ ਤੇ ਮਵੇਸ਼ੀ ਕੋਲੋਂ ਕਮਾਈ ਹੋਈ ਰਕਮ ਤਕਸੀਮ ਹੁੰਦੀ ਹੈ। ਜਾਵੇਦ ਦਾਦਾ ਦੇ 4 ਬੱਚੇ ਨੇ, ਉਹਨਾਂ ਚੋਂ ਇੱਕ ਭਾਈ ਤੇ 2 ਭੈਣਾਂ ਹਯਾਤ ਨੇ। ਜਾਵੇਦ ਦਾਦਾ ਦੇ 2 ਬੇਟੇ ਨੇ, ਰਹੀਮ ਚਾਚਾ ਤੇ ਇਕਬਾਲ ਚਾਚਾ, ਤੇ 2 ਬੇਟੀਆਂ, ਫੁੱਫੀ ਸਨਾ ਤੇ ਫੁੱਫੀ ਫਾਤਿਮਾ। ਤੇ ਜਾਵੇਦ ਦਾਦਾ ਦੇ ਹਿੱਸੇ ਵਿੱਚੋਂ 2/3 ਹਿੱਸਾ ਦੋਨਾਂ ਭੈਣਾਂ ਵਿੱਚ ਤਕਸੀਮ ਹੁੰਦਾ ਹੈ ਤੇ ਬਕੀਆ ਦੋਨਾਂ ਬੇਟਿਆਂ 'ਚ। ਹੁਣ ਮਰਹੂਮ ਰਹੀਮ ਚਾਚਾ ਦਾ ਹਿੱਸਾ ਹੁਣ ਤੁਹਾਡਾ ਹੈ, ਜਿਹਦੇ ਵਿੱਚੋਂ ਫਸਲ ਤੇ ਮਵੇਸ਼ੀ ਤੋਂ ਕਮਾਈ ਹੋਈ ਰਕਮ ਤਕਰੀਬਨ 2 ਲੱਖ ਤੋਂ 2,30,000 ਮਾਨਾ ਬਣਦੀ ਹੈ। ਤੇ ਹੁਣ ਤੁਹਾਨੂੰ ਪਤਾ ਹੈ ਤੁਹਾਡਾ ਹਿੱਸਾ ਕਿੰਨਾ ਹੈ। ਜਦੋਂ ਚਾਹੋ ਲੈ ਲਓ। ਨਹੀਂ ਅੱਦੀ, ਐਦਾਂ ਦੀ ਕੋਈ ਲੋੜ ਨਹੀਂ ਹੈ ਹਾਲੇ। ਆਹੋ, ਹਾਲੇ ਟੈਨਸ਼ਨ ਨਹੀਂ, ਮਗਰ ਜਦੋਂ ਕਦੀ ਲੋੜ ਪਵੇ ਤੇ ਹਿੰਮਤ ਕਰਕੇ ਮੰਗ ਲਿਓ, ਕਿਉਂਕਿ ਇਹ ਤੁਹਾਡਾ ਹੱਕ ਹੈ। ਸ਼ੁਕਰੀਆ ਅੱਦੀ। ਅਬਦੁਲ, ਤੁਸੀਂ ਹੁਣ ਤੇ ਮਹਾਨਾ ਹਿੱਸਾ ਇਸ ਬੱਚੀ ਦੇ ਅਕਾਊਂਟ ਵਿੱਚ ਪਵਾਇਆ ਕਰੋਗੇ। ਜੀ ਦਾਦੀ। ਨਹੀਂ, ਮੈਨੂੰ ਇੱਥੇ ਆਉਣੇ 'ਚ ਕੋਈ ਮਸਲਾ ਨਹੀਂ। ਆਹੋ ਠੀਕ ਹੈ, ਤੁਸੀਂ ਇੱਥੇ ਜ਼ਰੂਰ ਆਓ, ਲੇਕਿਨ ਹੁਣ ਪੈਸੇ ਡਾਇਰੈਕਟ ਅਕਾਊਂਟ ਵਿੱਚ ਮਿਲਣਗੇ। ਅੱਧੀ ਅਕਾਊਂਟ ਵਿੱਚੋਂ ਪੈਸੇ ਨਿਕਲਦੇ ਨੇ, ਹਿੰਮਤ ਨਹੀਂ। ਉਹ ਲੈਣ ਜ਼ਰੂਰ ਆਇਆ ਕਰਾਂਗੀ।
ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਸਿੰਧ ਗਵਰਨਮੈਂਟ ਦੇ ਲਾਅ ਡਿਪਾਰਟਮੈਂਟ ਦੀ ਸ਼ਰਾਕਤ ਨਾਲ ਚਲਾਇਆ ਜਾਂਦਾ ਹੈ। ਵਿਰਾਸਤੀ ਹਕੂਕ ਦੇ ਹਵਾਲੇ ਨਾਲ ਮੁਫਤ ਕਾਨੂੰਨੀ ਮਸ਼ਵਰੇ ਲਈ ਸਿੰਧ ਲੀਗਲ ਐਡਵਾਈਜ਼ਰੀ ਕਾਲ ਸੈਂਟਰ ਨੂੰ 0800 700806 ਤੇ ਕਾਲ ਕਰੋ।